ਹੈਲੋ ਸਟੂਡੈਂਟਸ, ਆਪਣੀ ਪਿਛਲੀ ਵੀਡੀਓ ਦੇ ਅੰਦਰ ਆਪਾਂ ਐਕਸੈਪਸ਼ਨ ਹੈਂਡਲਿੰਗ ਦਾ ਇੰਟਰੋਡਕਸ਼ਨ ਕੀਤਾ ਸੀਗਾ ਕਿ ਐਕਸੈਪਸ਼ਨ ਹੈਂਡਲਿੰਗ ਕੀ ਹੈ, ਆਪਾਂ ਕਿੱਦਾਂ ਯੂਜ਼ ਕਰ ਸਕਦੇ ਹਾਂ, ਕਿਵੇਂ ਉਹਦੇ ਪ੍ਰੋਗਰਾਮ ਬਣਾਉਂਦੇ ਆ, ਟਰਾਈ ਕੈਚ ਥਰੋ ਕੀ ਚੀਜ਼ ਹੈ ਅਤੇ ਕਿੱਦਾਂ ਆਪਾਂ ਮਲਟੀਪਲ ਕੈਚ ਇੰਪਲੀਮੈਂਟ ਕਰ ਸਕਦੇ ਹਾਂ। ਅੱਜ ਆਪਾਂ ਕਰਾਂਗੇ ਕਿ ਇਹਦੀ ਸਪੈਸੀਫਿਕੇਸ਼ਨਸ ਕੀ ਹੈ। ਤਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਟੈਂਡਰਡ ਐਕਸੈਪਸ਼ਨਸ ਦੀਆਂ। C++ ਦੀ ਲਾਇਬ੍ਰੇਰੀ ਦੇ ਅੰਦਰ ਕੁਛ ਆਪਾਂ ਨੂੰ ਇਨਬਿਲਟ ਐਕਸੈਪਸ਼ਨਸ ਮਿਲਦੀਆਂ ਜਿਨ੍ਹਾਂ ਨੂੰ ਆਪਾਂ ਸਟੈਂਡਰਡ ਐਕਸੈਪਸ਼ਨਸ ਕਹਿੰਦੇ ਹਾਂ। ਸਟੈਂਡਰਡ ਐਕਸੈਪਸ਼ਨ ਬੇਸਿਕਲੀ ਪੇਰੈਂਟ ਕਲਾਸ ਹੈ, ਇਹਦੇ ਅੰਦਰ ਕਾਫੀ ਐਕਸੈਪਸ਼ਨਸ ਆ ਜਾਂਦੀਆਂ ਜਿਵੇਂ ਲੌਜੀਕਲ ਐਰਰ ਤੋਂ ਰਿਲੇਟਿਡ ਆਪਾਂ ਕੋਈ ਇਨਵੈਲਿਡ ਆਰਗੂਮੈਂਟ ਦੇ ਦਿੰਦੇ ਹਾਂ, ਆਊਟ ਆਫ ਰੇਂਜ ਡਾਟਾ ਦੇ ਦਈਏ, ਲੈਂਥ ਦੀ ਐਰਰ ਹੋ ਗਈ। ਫਿਰ ਆਪਣੇ ਕੋਲ ਆ ਜਾਂਦੀਆਂ ਰਨ ਟਾਈਮ ਐਰਰਸ, ਜਿਵੇਂ ਆਪਾਂ ਕਿਸੇ ਕੰਪਿਊਟੇਸ਼ਨਲ ਰੇਂਜ ਦੀ ਗੱਲ ਕਰੀਏ ਜਾਂ ਓਵਰਫਲੋ ਅੰਡਰਫਲੋ ਆਪਣਾ ਅਰਥਮੈਟਿਕ ਆਪਰੇਸ਼ਨਸ ਹੋ ਰਹੇ ਹੈ। ਬੈਡ ਐਲੋਕੇਸ਼ਨ ਮੀਨਸ ਕਿ ਆਪਾਂ ਪ੍ਰੋਪਰ ਮੈਮਰੀ ਐਲੋਕੇਸ਼ਨ ਨਹੀਂ ਕਰਵਾਈ ਜਦੋਂ ਆਪਾਂ ਡਾਇਨੇਮਿਕ ਮੈਮਰੀ ਐਲੋਕੇਸ਼ਨ ਕਰਦੇ ਹਾਂ। ਕਾਸਟਿੰਗ ਦੇ ਅੰਦਰ ਆਪਾਂ ਜਦੋਂ ਡਾਇਨੇਮਿਕ ਕਾਸਟ ਕਰਦੇ ਹਾਂ ਤਾਂ ਉਦੋਂ ਆਪਣੀਆਂ ਬੈਡ ਕਾਸਟ ਦੀ ਐਕਸੈਪਸ਼ਨ ਕ੍ਰੀਏਟ ਹੋ ਸਕਦੀ ਹੈ। ਟਾਈਪ ਆਈਡੀ, ਜਦੋਂ ਆਪਾਂ ਪ੍ਰੋਪਰ ਟਾਈਪ ਆਈਡੀ ਨਹੀਂ ਦਿੰਦੇ ਆਪਣੀ ਐਕਸੈਪਸ਼ਨ ਨੂੰ ਥਰੋ ਕਰਨ ਲੱਗਿਆਂ, ਤਾਂ ਇਹ ਸਾਰੀਆਂ ਆਪਣੀਆਂ ਇਨਬਿਲਟ ਐਕਸੈਪਸ਼ਨਸ ਹੈ ਜਿਨ੍ਹਾਂ ਨੂੰ ਆਪਾਂ ਸਟੈਂਡਰਡ ਐਕਸੈਪਸ਼ਨ ਕਹਿੰਦੇ ਹਾਂ। ਦੈਨ ਨੈਕਸਟ ਆਪਣੇ ਕੋਲ ਆਉਂਦਾ ਕਿ ਡਿਰਾਈਵਡ ਕਲਾਸ ਦੇ ਅੰਦਰ ਮੀਨਸ ਇਨਹੈਰੀਟੈਂਸ ਦੇ ਨਾਲ ਆਪਾਂ ਐਕਸੈਪਸ਼ਨਸ ਨੂੰ ਕਿੱਦਾਂ ਹੈਂਡਲ ਕਰ ਸਕਦੇ ਹਾਂ। ਜਦੋਂ ਆਪਾਂ ਬੇਸ ਕਲਾਸ ਔਰ ਡਿਰਾਈਵਡ ਕਲਾਸ ਦੋਨਾਂ ਦੇ ਅੰਦਰ ਕਿਸੇ ਐਕਸੈਪਸ਼ਨ ਨੂੰ ਕੈਚ ਕਰ ਰਹੇ ਹੁੰਦੇ ਹਾਂ, ਤਾਂ ਉੱਥੇ ਜਿਹੜਾ ਕੈਚ ਬਲੋਕ ਆਪਾਂ ਫਸਟ ਦਿੰਦੇ ਹਾਂ ਆਪਣਾ ਉਹੀ ਕੈਚ ਬਲੋਕ ਕੰਮ ਕਰਦਾ ਹੈ। ਮੀਨਸ ਕਿ ਆਪਾਂ ਜੇ ਕੋਈ ਐਕਸੈਪਸ਼ਨ ਡਿਰਾਈਵਡ ਕਲਾਸ ਨਾਲ ਥਰੋ ਕਰਵਾ ਰੱਖੀ ਹੈ ਤਾਂ ਜੇ ਆਪਾਂ ਫਸਟ ਕੈਚ ਬਲੋਕ ਦਿੱਤਾ ਹੋਇਆ ਆਪਣੀ ਬੇਸ ਕਲਾਸ ਦਾ ਤਾਂ ਉਹ ਬੇਸ ਦਾ ਐਗਜ਼ੀਕਿਊਟ ਹੋਏਗਾ, ਉਦੋਂ ਉਹ ਡਿਰਾਈਵਡ ਨੂੰ ਐਗਜ਼ੀਕਿਊਟ ਨਹੀਂ ਕਰੇਗਾ। ਬਟ ਜੇ ਆਪਾਂ ਫਸਟ ਡਿਰਾਈਵਡ ਦਾ ਦਿੱਤਾ ਹੋਇਆ ਤਾਂ ਡਿਰਾਈਵਡ ਦਾ ਐਗਜ਼ੀਕਿਊਟ ਹੋਏਗਾ। ਇਸ ਚੀਜ਼ ਨੂੰ ਆਪਾਂ ਐਗਜ਼ਾਮਪਲ ਨਾਲ ਦੇਖਦੇ ਹਾਂ। ਜਿਵੇਂ ਇੱਥੇ ਇੱਕ ਐਗਜ਼ਾਮਪਲ ਕ੍ਰੀਏਟ ਕੀਤਾ ਹੈ, ਦੋ ਕਲਾਸਿਸ ਬਣਾ ਲਈਆਂ, ਬੇਸ ਕਲਾਸ ਔਰ ਡਿਰਾਈਵਡ ਕਲਾਸ। ਮੇਨ ਦੇ ਅੰਦਰ ਆਪਾਂ ਡਿਰਾਈਵਡ ਕਲਾਸ ਦਾ ਆਬਜੈਕਟ ਕ੍ਰੀਏਟ ਕੀਤਾ ਅਤੇ ਉਸ ਆਬਜੈਕਟ ਦੇ ਨਾਲ ਆਪਾਂ ਆਪਣੀ ਐਕਸੈਪਸ਼ਨ ਥਰੋ ਕਰਵਾਤੀ। ਇਟ ਮੀਨ ਆਪਣੀ ਇੱਥੇ ਡਿਰਾਈਵਡ ਦੀ ਐਕਸੈਪਸ਼ਨ ਥਰੋ ਹੋ ਰਹੀ ਹੈ। ਜਦੋਂ ਆਪਾਂ ਕੈਚ ਬਲੋਕ ਐਗਜ਼ੀਕਿਊਟ ਕੀਤਾ, ਹੁਣ ਤੁਸੀਂ ਦੇਖੋ ਕਿ ਇਹਦੇ ਅੰਦਰ ਆਪਾਂ ਫਸਟ ਬੇਸ ਕਲਾਸ ਦਾ ਕੈਚ ਯੂਜ਼ ਕੀਤਾ ਹੋਇਆ, ਸੈਕਿੰਡ ਆਪਾਂ ਡਿਰਾਈਵਡ ਕਲਾਸ ਦਾ ਕੈਚ ਯੂਜ਼ ਕੀਤਾ ਹੋਇਆ। ਤਾਂ ਜਦੋਂ ਆਪਾਂ ਇਹਨੂੰ ਰਨ ਕਰਾਂਗੇ ਤਾਂ ਇਹ ਆਪਣੀ ਬੇਸ ਕਲਾਸ ਦੇ ਕੈਚ ਨੂੰ ਹੈਂਡਲ ਕਰੇਗਾ, ਨਾ ਕਿ ਡਿਰਾਈਵਡ ਕਲਾਸ ਵਾਲੇ ਨੂੰ। ਬਟ ਜੇ ਆਪਾਂ ਇਹਦੇ ਚੇਂਜ ਕਰ ਦਈਏ, ਇਹਦੇ 'ਚ ਆਪਾਂ ਚੇਂਜ ਕਰਤਾ ਕਿ ਆਪਾਂ ਹੁਣ ਕਲਾਸਿਸ ਤਾਂ ਸੇਮ ਲੈ ਰਹੇ ਹਾਂ, ਬੇਸ ਕਲਾਸ ਲਈ ਡਿਰਾਈਵਡ ਕਲਾਸ ਲਈ ਡਿਰਾਈਵਡ ਦਾ ਆਬਜੈਕਟ ਬਣਾਇਆ, ਐਕਸੈਪਸ਼ਨ ਵੀ ਆਪਾਂ ਡਿਰਾਈਵਡ ਦੀ ਹੀ ਥਰੋ ਕਰਵਾ ਰਹੇ ਹਾਂ। ਬਟ ਕੈਚ ਦੇ ਅੰਦਰ ਚੇਂਜ ਕਰਤਾ, ਆਪਾਂ ਪਹਿਲਾਂ ਡਿਰਾਈਵਡ ਦਾ ਕੈਚ ਲਗਾ ਰਹੇ ਹਾਂ, ਬਾਅਦ 'ਚ ਆਪਾਂ ਬੇਸ ਦਾ ਕੈਚ ਲਗਾ ਰਹੇ ਹਾਂ। ਤਾਂ ਇੱਥੇ ਹੁਣ ਪਹਿਲਾਂ ਆਪਣਾ ਡਿਰਾਈਵਡ ਦਾ ਹੈ ਤਾਂ ਆਪਣਾ ਡਿਰਾਈਵਡ ਦਾ ਕੈਚ ਕੋਲ ਹੋਏਗਾ, ਨਾ ਕਿ ਬੇਸ ਦਾ। ਪਿਛਲੇ ਪ੍ਰੋਗਰਾਮ 'ਚ ਆਪਾਂ ਕੀ ਕੀਤਾ ਸੀ, ਮੈਂ ਰਿਪੀਟ ਕਰਦੀ ਹਾਂ। ਦੇਖੋ ਇੱਥੇ ਆਪਾਂ ਪਹਿਲਾਂ ਬੇਸ ਦਾ ਕੈਚ ਲਗਾਇਆ ਹੋਇਆ, ਬਾਅਦ 'ਚ ਡਿਰਾਈਵਡ ਦਾ, ਤਾਂ ਆਪਣੇ ਆਊਟਪੁੱਟ ਵਿੱਚ ਦੇਖੋ ਵੀ ਬੇਸ ਦੀ ਐਕਸੈਪਸ਼ਨ ਕੋਲ ਹੋ ਰਹੀ ਹੈ। ਬਟ ਇਹਦੇ 'ਚ ਆਪਾਂ ਕੀ ਕੀਤਾ ਹੈ, ਇਸ ਪ੍ਰੋਗਰਾਮ ਦੇ ਅੰਦਰ ਆਪਾਂ ਪਹਿਲਾਂ ਡਿਰਾਈਵਡ ਦਾ ਕੈਚ ਲਗਾਇਆ, ਬਾਅਦ 'ਚ ਬੇਸ ਦਾ, ਤਾਂ ਆਪਣਾ ਕਿਹੜਾ ਕੈਚ ਕੋਲ ਹੋ ਰਿਹਾ, ਡਿਰਾਈਵਡ ਵਾਲਾ। ਨੈਕਸਟ ਆਪਣੇ ਕੋਲ ਆਉਂਦਾ ਹੈ ਰਿਸਟ੍ਰਿਕਟਿਡ ਐਕਸੈਪਸ਼ਨ। ਰਿਸਟ੍ਰਿਕਟਿਡ ਤੋਂ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਵਾਸਤੇ ਕੁਛ ਰਿਸਟ੍ਰਿਕਟ ਕਰ ਦਈਏ, ਫਿਕਸ ਕਰ ਦਈਏ ਕਿ ਉਹ ਓਨੇ ਤੱਕ ਹੀ ਕੰਮ ਕਰੇਗਾ। ਜਿਵੇਂ ਆਪਾਂ ਇੱਕ ਫੰਕਸ਼ਨ ਬਣਾ ਰਹੇ ਹਾਂ, ਹੁਣ ਤੁਸੀਂ ਦੇਖੋ ਕਿ ਆਪਾਂ ਪਿੱਛੇ ਕਨਸੈਪਟ ਕੀਤਾ ਸੀ ਮਲਟੀਪਲ ਕੈਚ ਬਲੋਕ, ਕਿ ਆਪਾਂ ਇੱਕ ਟਰਾਈ ਬਲੋਕ ਦੇ ਨਾਲ ਜਿੰਨੇ ਮਰਜ਼ੀ ਕੈਚ ਲਗਾ ਸਕਦੇ ਹਾਂ ਅਤੇ ਉਹਨਾਂ ਦੇ ਅੰਦਰ ਜਿਸ ਟਾਈਪ ਦੀ ਮਰਜ਼ੀ ਐਕਸੈਪਸ਼ਨ ਜਿਹੜੀ ਹੈ ਉਹ ਕੈਚ ਕਰ ਸਕਦੇ ਹਾਂ। ਮੀਨਸ ਕਿ ਆਪਣਾ ਕੋਈ ਵੀ ਟਰਾਈ ਕਿਸੇ ਵੀ ਤਰ੍ਹਾਂ ਦੀ ਐਕਸੈਪਸ਼ਨ ਥਰੋ ਕਰ ਸਕਦਾ ਹੈ ਅਤੇ ਕੋਈ ਵੀ ਕੈਚ ਕਿਸੇ ਵੀ ਤਰ੍ਹਾਂ ਦੀ ਐਕਸੈਪਸ਼ਨ ਕੈਚ ਕਰ ਸਕਦਾ ਹੈ। ਬਟ ਰਿਸਟ੍ਰਿਕਟਿਡ ਤੋਂ ਮਤਲਬ ਇੱਥੇ ਇਹ ਹੈ ਕਿ ਆਪਾਂ ਫਿਕਸ ਕਰ ਦਈਏ ਕਿ ਉਹ ਸਿਰਫ ਓਨੇ ਲੈਵਲ ਤੱਕ ਹੀ ਕੰਮ ਕਰੇਗਾ। ਜਿਵੇਂ ਇੱਥੇ ਆਪਾਂ ਇੱਕ ਫੰਕਸ਼ਨ ਬਣਾਇਆ ਐਫ, ਹੁਣ ਇਹਦੇ ਅੰਦਰ ਦੇਖੋ ਆਪਾਂ ਥਰੋ ਨਾਲ ਲਗਾਤਾ ਫੰਕਸ਼ਨ ਬਣਾਉਣ ਲੱਗਿਆਂ, ਜਿਹਦੇ ਬ੍ਰੈਕਟ 'ਚ ਆਪਾਂ ਇੰਟ ਕੈਰ ਔਰ ਡਬਲ ਪਾਤਾ। ਇਹਦਾ ਮਤਲਬ ਕੀ ਹੈ ਕਿ ਆਪਣਾ ਆਹ ਫੰਕਸ਼ਨ ਜਿਹੜਾ ਹੈ ਉਹ ਸਿਰਫ ਇੰਟ ਕੈਰ ਔਰ ਡਬਲ ਟਾਈਪ ਹੀ ਥਰੋ ਕਰਵਾ ਸਕਦਾ ਹੈ, ਇਸ ਤੋਂ ਬਿਨਾਂ ਕੋਈ ਟਾਈਪ ਥਰੋ ਨਹੀਂ ਕਰਵਾਏਗਾ। ਇਹ ਇਹਦੇ ਰਿਸਟ੍ਰਿਕਟਿਡ ਟਾਈਪ ਹੋ ਗਏ। ਹੁਣ ਤੁਸੀਂ ਦੇਖੋ ਮੇਨ 'ਚ ਜਾ ਕੇ ਆਪਾਂ ਟਰਾਈ ਬਲੋਕ ਦੇ ਅੰਦਰ ਇਸ ਫੰਕਸ਼ਨ ਨੂੰ ਕੋਲ ਕਰ ਲਿਆ, ਕਲੀਅਰ। ਹੁਣ ਇਸ ਫੰਕਸ਼ਨ ਨੂੰ ਕੋਲ ਕਰਨ ਤੋਂ ਬਾਅਦ ਜਦੋਂ ਆਪਾਂ ਇਹਦੇ ਕੈਚ ਲਗਾਵਾਂਗੇ ਤਾਂ ਨੈਚੁਰਲ ਹੈ ਕਿ ਆਪਾਂ ਕੈਚ ਵੀ ਉਹਨੋਂ ਟਾਈਪ ਦੇ ਹੀ ਲਗਾਵਾਂਗੇ ਜਿਹੜੇ ਆਪਾਂ ਉੱਪਰ ਰਿਸਟ੍ਰਿਕਟਿਡ ਕੀਤੇ ਸੀ ਥਰੋ ਵਾਸਤੇ। ਆਪਾਂ 3 ਟਾਈਪ ਉੱਥੇ ਰਿਸਟ੍ਰਿਕਟਿਡ ਕੀਤੇ ਸੀ, ਤਾਂ
3 ਟਾਈਪ ਹੀ ਇੱਥੇ ਆਪਾਂ ਕੈਚ ਕਰਾਂਗੇ। ਆਈ ਥਿੰਕ ਤੁਸੀਂ ਇਸ ਕਨਸੈਪਟ ਨੂੰ ਸਮਝ ਗਏ ਹੋਵੋਗੇ ਕਿ ਰਿਸਟ੍ਰਿਕਟਡ ਦਾ ਮਤਲਬ ਆਪਾਂ ਓਪਨ ਨਾ ਛੱਡ ਕੇ ਆਪਾਂ ਉਸ ਚੀਜ਼ ਨੂੰ ਫਿਕਸ ਕਰਤਾ, ਇੱਕ ਲਿਮਿਟ ਦੇਤੀ ਕਿ ਸਿਰਫ ਇੰਨੇ ਟਾਈਪ, ਇੰਨਾ ਕੰਟੈਂਟ ਹੀ ਆਪਾਂ ਉਹਦੇ 'ਚ ਐਕਸੈਸ ਕਰ ਸਕਦੇ ਹਾਂ ਆਪਣੀ ਐਕਸੈਪਸ਼ਨ ਨੂੰ ਥਰੋ ਕਰਨ ਵਾਸਤੇ। ਅਤੇ ਜੋ ਆਪਾਂ ਥਰੋਇੰਗ ਰਿਸਟ੍ਰਿਕਸ਼ਨ ਦਿੱਤੀਆਂ ਹੈ ਉਹਨਾਂ ਨਾਲ ਹੀ ਆਪਾਂ ਆਪਦੇ ਫੰਕਸ਼ਨ ਨੂੰ ਕੈਚ ਕਰਾਂਗੇ। ਆਈ ਥਿੰਕ ਤੁਸੀਂ ਇਹ ਟੌਪਿਕ ਸਮਝ ਗਏ ਹੋਵੋਗੇ। ਥੈਂਕ ਯੂ। ਜੇ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ। ਓਕੇ ਜੀ ਬੱਚਿਓ, ਥੈਂਕ ਯੂ।